ਸਵੇਟ ਮਾਰਡਨ ਦੀ ਪੁਸਤਕ ਜੀਵਨ ਜਿਉਣ ਲਈ ਹੈ ਦਾ ਪਹਿਲਾ ਲੇਖ ਹੈ ਆਪਣੀ ਕਦਰ ਪਛਾਣ। ਮੋਟਰ ਕਾਰਾਂ ਦੇ ਬ੍ਰੇਕ ਤਿਆਰ ਕਰਨ ਵਾਲੀ ਇੱਕ ਕੰਪਨੀ ਨੇ ਆਪਣਾ ਵਿਗਿਆਪਨ ਇਸ ਪ੍ਰਕਾਰ ਦਿੱਤਾ। ਅਗਲੀ ਵਾਰ ਜਦੋਂ ਤੁਸੀਂ ਬ੍ਰੇਕ ਲਗਾਓ ਤਾਂ ਇਹ ਵੀ ਵਿਚਾਰ ਕਰਨਾ ਕਿ ਤੁਹਾਡੀ ਜ਼ਿੰਦਗੀ ਦਾ ਕੀ ਮੁੱਲ ਹੈ। ਸੱਚ ਇਹ ਹੈ ਕਿ ਆਪ ਦਾ ਜੀਵਨ ਵਡਮੁੱਲਾ ਹੈ। ਜੀਵਨ ਵਿੱਚ ਬ੍ਰੇਕ ਲਾਈਨ ਦਾ ਕੋਈ ਮੁੱਲ ਕੁਝ ਘੱਟ ਨਹੀਂ। ਬ੍ਰੇਕ ਲਾਈਨ ਠੀਕ ਰਹੇਗੀ ਤਾਂ ਆਪ ਦਾ ਜੀਵਨ ਵੀ ਸੁਰੱਖਿਅਤ ਰਹੇਗਾ। ਜੀਵਨ ਦਾ ਸੱਚ ਹੈ ਕਿ ਅਨਮੋਲ ਹੈ। ਇੱਕ ਵੱਖਰੀ ਗੱਲ ਹੈ ਕਿ ਸਮਾਜਿਕ ਪੱਧਰ ਤੇ ਇਹਨੂੰ ਭਿੰਨ-ਭਿੰਨ ਵਰਗਾਂ 'ਚ ਵੰਡ ਦਿੱਤਾ ਹੈ। ਰੇਲ ਹਾਦਸੇ 'ਚ ਮਰਨ ਵਾਲੇ ਨੂੰ 1 ਲੱਖ ਤੇ ਹਵਾਈ ਦੁਰਘਟਨਾ 'ਚ ਮਰਨ ਵਾਲੇ ਨੂੰ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਂਦਾ ਹੈ। ਜਿਉਂਦੇ ਜੀ ਕੋਈ ਮਰਨ ਦਾ ਇੱਛੁਕ ਨਹੀਂ, ਸਿਵਾਏ ਕੁਝ ਸਨਕੀਆਂ ਦੇ। ਹਰ ਇੱਕ ਨੂੰ ਆਪਣੀ ਜਾਨ ਪਿਆਰੀ ਲੱਗਦੀ ਹੈ। रूस ਦੇ ਇੱਕ ਪ੍ਰਸਿੱਧ ਕਹਾਣੀਕਾਰ ਟੋਲਸਟਾਏ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਥੱਕਿਆ ਟੁੱਟਿਆ ਇੱਕ ਕਮਜ਼ੋਰ ਜਿਹਾ ਨੌਜਵਾਨ ਸਾਹਮਣੇ ਆਇਆ। ਉਹ ਭੀਖ ਮੰਗ ਰਿਹਾ ਸੀ। ਭਾਈ, ਭੀਖ ਤਾਂ ਮੈਂ ਦੇਵਾਂਗਾ ਨਹੀਂ, ਮੈਂ ਤੇਰੇ ਕੋਲੋਂ ਕੁਝ ਖਰੀਦ ਸਕਦਾ। ਮੇਰੇ ਕੋਲ ਤਾਂ ਕੁਝ ਨਹੀਂ, ਨੌਜਵਾਨ ਕੁਝ ਡਰਦੇ ਬੋਲਿਆ। ਮੇਰੇ ਕੋਲ ਅਜਿਹਾ ਕੁਝ ਨਹੀਂ ਕਿ ਮੈਂ ਤੈਨੂੰ ਵੇਚ ਸਕਾਂ। ਤੇਰੇ ਕੋਲ ਬਹੁਤ ਕੁਝ ਹੈ, ਚਾਵੇਂ ਤਾਂ ਵੇਚ ਸਕਦਾ ਹੈ। ਜੀ, ਤੂੰ ਮੈਨੂੰ ਆਪਣੇ ਕਿਸੇ ਵੀ ਹੱਥ ਦੀ ਉਂਗਲ ਕੱਟ ਲੈਣ ਦੇ, ਮੈਂ ਤੈਨੂੰ ਇਵਜ਼ਾਨੇ 'ਚ 500 ਰੁਪਏ ਦੇਵਾਂਗਾ। ਨੌਜਵਾਨ ਨਮੋਸ਼ੀ ਦੀ ਮੁਦਰਾ 'ਚ ਤੱਕਦਾ ਰਿਹਾ। ਜਾਪਦਾ 500 ਰੁਪਏ ਘੱਟ ਹਨ। ਅੱਛਾ ਐਂ ਕਰ, ਆਪਣਾ ਸੱਜਾ ਹੱਥ ਕੱਟ ਲੈਂਦੇ, 1 ਲੱਖ ਰੁਪਏ ਦੇਵਾਂਗਾ। ਨੌਜਵਾਨ ਤੇ ਨਮੋਸ਼ੀ ਜਾਰੀ ਰਹੀ। ਚੰਗਾ, ਆਪਣੇ ਦੋਵੇਂ ਪੈਰ ਵੱਢ ਲੈਣ ਦੇ ਤੇ ਮੈਂ ਤੈਨੂੰ 5 ਲੱਖ ਰੁਪਏ ਦੇਵਾਂਗਾ। ਦੱਸ ਮਨਜ਼ੂਰ ਹੈ? ਕੁਝ ਪਲਾਂ ਪਿੱਛੋਂ ਨੌਜਵਾਨ ਨਿਰਾਸ਼ ਹੋ ਕੇ ਵਾਪਸ ਜਾਣ ਲੱਗਾ। ਰੁਕ, ਜ਼ਰਾ ਗੱਲ ਸੁਣ। ਨੌਜਵਾਨ ਰੁਕ ਗਿਆ। ਜਦੋਂ ਤੇਰੇ ਪੈਰ ਦਾ ਮੁੱਲ 5 ਲੱਖ ਰੁਪਏ ਤੋਂ ਵੀ ਵੱਧ ਹੈ, ਜਦੋਂ ਤੂੰ 1 ਲੱਖ ਰੁਪਏ 'ਚ ਆਪਣਾ ਇੱਕ ਹੱਥ ਵੇਚਣ ਨੂੰ ਰਾਜੀ ਨਹੀਂ ਤਾਂ ਲੱਖਾਂ ਰੁਪਏ ਮੁੱਲ ਦੇ ਸਰੀਰ ਤੋਂ ਭੀਖ ਕਿਉਂ ਮੰਗਵਾਉਣਾ? ਉੱਠ, ਇਸ ਨਾਯਾਬ ਸਰੀਰ ਦੀ ਕਦਰ ਕਰ, ਭੀਖ ਨਾ ਮੰਗ। ਸੋਚ ਇਸ ਸਰੀਰ ਦਾ ਕੀ ਮੁੱਲ ਹੈ ਜਿਹੜਾ ਕੀਮਤ ਅਦਾ ਕਰਨ ਤੇ ਨਹੀਂ ਮਿਲ ਸਕਦਾ। ਸਰੀਰ ਰੂਪੀ ਵਡਮੁੱਲੀ ਦਾਤ ਨੂੰ ਲੈ ਕੇ ਮੰਗ ਨਾ, ਜਾਂ ਨਿਕੰਮਾ ਰਹਿ ਕੇ ਪਾਪ ਨਾ ਕਰ। ਆਪਣਾ ਮੂਲ ਪਛਾਣ। ਰੱਬ ਨੇ ਤੈਨੂੰ ਮਨੁੱਖੀ ਜਾਮਾ ਦਿੱਤਾ ਹੈ। ਇਹ ਜੀਵਨ ਜਿਉਣ ਲਈ ਹੈ, ਨਮੋਸ਼ੀ ਲਈ ਜਾਂ ਨਕਾਰਾ ਬੈਠਣ ਲਈ ਨਹੀਂ। ਸਮਝ ਤੋਂ ਪਰੇ ਹੈ ਕਿ ਇਸ ਜੀਵਨ ਤੋਂ ਨਿਰਾਸ਼ ਕਿਉਂ ਹੁੰਦਾ ਹੈ। ਇਹ ਦੁੱਖ ਦਰਦ, ਇਹ ਬੇਚੈਨੀ, ਭਵਿੱਖ ਦੀਆਂ ਆਸ਼ਾਵਾਂ ਤੈਨੂੰ ਪਰੇਸ਼ਾਨ ਕਿਉਂ ਕਰਦੀਆਂ ਹਨ? ਤੂੰ ਘਬਰਾ ਕੇ ਖੁਦਕੁਸ਼ੀ ਕਰਨ ਲਈ ਕਿਉਂ ਸੋਚ ਰਿਹਾ ਹੈ? ਆਤਮ ਹੱਤਿਆ ਤੋਂ ਵੱਡੀ ਬੁਜ਼ਦਿਲੀ ਤੇ ਕੋਈ ਵੱਡਾ ਜੁਰਮ ਨਹੀਂ ਹੈ। ਪ੍ਰੀਖਿਆ 'ਚ ਫੇਲ, ਪ੍ਰੇਮ 'ਚ ਅਸਫਲ ਜਾਂ ਦੁਖੀ ਜੀਵਨ ਕਾਰਨ ਲਾਚਾਰ, ਛੱਤ ਦੇ ਪੱਖੇ ਜਾਂ ਸ਼ਤੀਰਾਂ ਨਾਲ ਲਟਕ ਜਾਣਾ ਕੋਈ ਮਰਦਾਨਗੀ ਨਹੀਂ। ਮਿਰਜ਼ਾ ਗਾਲਿਬ ਦਾ ਇੱਕ ਸ਼ੇਰ ਉਤਸ਼ਾਹਪੂਰਨ ਹੈ ਤੇ ਸਿੱਖਿਆ ਭਰਪੂਰ ਵੀ ਹੈ। गिरते हैं शाह सिवार ही मैदान जंग में, वो तिफल क्या गिरेंगे जो घुटनों के बल चले। ਹੱਥ ਧੋ ਬੈਠਿਆ ਜੀਵਨ ਤੋਂ ਉਹ ਮੂਰਖੇ ਕੀ ਕੀਤਾ? ਮਨੁੱਖੀ ਜਾਮਾ ਇਸ ਪ੍ਰਕਾਰ ਸਮਾਪਤ ਕਰਨ ਲਈ ਨਹੀਂ ਹੈ ਕਿ ਆਪ ਹੀ ਇਹਦਾ ਗਲ ਘੁੱਟ ਦਿੱਤਾ ਜਾਏ। ਨਿਰਾਸ਼ਾ, ਨਮੋਸ਼ੀ, ਉਦਾਸ ਹੋਣ ਦਾ ਕੋਈ ਕਾਰਨ ਨਹੀਂ ਜਾਪਦਾ। ਜੀਵਨ ਤੋਂ ਹਾਰ ਕਿਉਂ ਮੰਨ ਬੈਠਿਆ? ਇਹਦਾ ਮੁੱਖ ਕਾਰਨ ਹੈ ਕਿ ਸ਼ਾਇਦ ਤੈਨੂੰ ਆਪਣੇ ਜੀਵਨ ਦਾ ਮੁੱਲ ਪਤਾ ਨਹੀਂ। ਇਸ ਜੀਵਨ ਦੀ ਕਦਰ ਕਰ, ਤੇਰੀ ਤਰਸਯੋਗ ਹਾਲਤ ਖੁਸ਼ਹਾਲੀ ਵਾਲੀ ਬਣ ਜਾਏਗੀ। ਸੱਚ ਤਾਂ ਇਹ ਹੈ ਕਿ ਸਾਨੂੰ ਆਪਣੀ ਕਦਰ ਨਹੀਂ। ਸਾਨੂੰ ਪਤਾ ਨਹੀਂ ਕਿ ਅਸੀਂ ਕੀ ਹਾਂ, ਅਸੀਂ ਕੀ ਨਹੀਂ ਕਰ ਸਕਦੇ। ਜੀਵਨ ਦੇ ਸੱਚ ਨੂੰ ਪਰਖੇ ਬਗੈਰ ਹੀ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਜਿਹੜਾ ਜੀਵਨ ਜਿਉਣ ਲਈ ਮਿਲਿਆ ਉਹਨੂੰ ਠੀਕ ਤਰ੍ਹਾਂ ਨਾਲ ਜਿਉਣ ਦਾ ਵੱਲ ਨਹੀਂ ਆਉਂਦਾ। ਅਜਿਹੀ ਹਾਲਤ ਦਾ ਮੁੱਖ ਕਾਰਨ ਹੈ ਕਿ ਅਸੀਂ ਆਪਣੀ ਜ਼ਿੰਦਗੀ ਦਾ ਮੁੱਲ ਨਹੀਂ ਪਛਾਣਿਆ। ਇਸ ਜੀਵਨ ਦਾ ਮਹੱਤਵ ਜਾਣਨ ਤੇ ਬੁੱਧੀ ਨਾਲ ਕੰਮ ਸਾਡਾ ਧਰਮ ਬਣਦਾ ਹੈ ਤੇ ਅਜਿਹਾ ਕਰਨ ਉਪਰੰਤ ਮਾਯੂਸੀ, ਨਿਰਾਸ਼ਾ ਤੇ ਹਾਰ ਵਾਲੀ ਹਾਲਤ ਆਪਣੇ ਆਪ ਨਸ਼ਟ ਹੋ ਜਾਏਗੀ। ਸੱਚੀ ਗੱਲ ਤਾਂ ਇਹ ਹੈ ਕਿ ਅਸੀਂ ਆਪਣੀ ਕੀਮਤ ਹੀ ਨਹੀਂ ਜਾਣਦੇ। ਅਸੀਂ ਇਹਦਾ ਮਹੱਤਵ ਸਮਝਣ ਤੋਂ ਵੀ ਹੋਣੇ ਆ। ਅਸੀਂ ਕੀ ਕੁਝ ਨਹੀਂ ਕਰ ਸਕਦੇ। ਇਹਦਾ ਭੇਦ ਜਾਣੇ ਬਿਨਾਂ ਹੀ ਨਿਮੋਸ਼ ਹੋ ਜਾਣਾ ਠੀਕ ਨਹੀਂ। ਜਿਹੜਾ ਜੀਵਨ ਸਾਨੂੰ ਜਿਉਣ ਲਈ ਮਿਲਿਆ ਹੈ, ਅਸੀਂ ਉਸ ਮਕਸਦ ਨੂੰ ਸਮਝਣ ਤੋਂ ਵਾਂਝੇ ਰਹਿ ਗਏ ਹਾਂ। ਸਾਡਾ ਜੀਵਨ ਸ਼ਕਤੀ ਯੁਕਤ ਹੈ ਤੇ ਸੁੰਦਰ ਹੈ। ਅਸੀਂ ਆਪੇ ਇਹਨੂੰ ਸ਼ਕਤੀਹੀਨ ਬਣਾਈ ਟੁਰੇ ਹਾਂ। ਜੀਵਨ 'ਚ ਜੋ ਕੁਝ ਵਾਪਰਦਾ ਉਸ ਲਈ ਅਸੀਂ ਆਪ ਜ਼ਿੰਮੇਵਾਰ ਹਾਂ, ਕੋਈ ਹੋਰ ਨਹੀਂ। ਇਹਦੇ ਵਿੱਚ ਕਿਸਮਤ ਜਾਂ ਰੱਬ ਦਾ ਦੋਸ਼ ਕੱਢਣਾ ਮੂਰਖਤਾ ਹੈ। ਸਾਡੇ ਹਰ ਕੰਮ ਦਾ ਜੋ ਸਿੱਟਾ ਪ੍ਰਾਪਤ ਹੁੰਦਾ ਹੈ ਉਸ ਲਈ ਅਸੀਂ ਆਪ ਜ਼ਿੰਮੇਵਾਰ ਹਾਂ। ਜਿਹਾ ਅਸੀਂ ਬੀਜਦੇ ਹਾਂ ਤਿਹਾ ਸਾਨੂੰ ਫਲ ਪ੍ਰਾਪਤ ਹੁੰਦਾ ਹੈ।
ਭਾਵ ਬਬੂਲ ਦੇ ਰੁੱਖਾਂ ਤੋਂ ਅੰਬ ਕਿਵੇਂ ਪ੍ਰਾਪਤ ਹੋ ਸਕਦੇ ਹੈ। ਇਸ ਵਿੱਚ ਕਿਸੇ ਹੋਰ ਦਾ ਕੋਈ ਦੋਸ਼ ਨਹੀਂ। ਅਸੀਂ ਇਸ ਸੱਚ ਨੂੰ ਨਕਾਰਦੇ ਹੋਏ ਹੋਰਨਾਂ ਨੂੰ ਦੋਸ਼ੀ ਕਹਿੰਦੇ ਹਾਂ। ਇਸ ਤੱਥ ਤੇ ਗੌਰ ਨਾਲ ਵਿਚਾਰਨ ਦੀ ਲੋੜ ਹੈ ਕਿ ਇਹ ਸੱਚ ਨਹੀਂ, ਇਹੋ ਸੱਚ ਹੈ ਤੇ ਅਸੀਂ ਇਸ ਸੱਚ ਨੂੰ ਸਵੀਕਾਰਦੇ ਨਹੀਂ। ਪ੍ਰੀਖਿਆ 'ਚ ਫੇਲ ਹੋ ਗਏ। ਅਸਲੀਅਤ ਆਪਣੀ ਲਾਪਰਵਾਹੀ ਕਾਰਨ। ਪ੍ਰੀਖਿਆਵਾਂ 'ਚ ਕਿਤਾਬਾਂ ਦੇ ਮਿੱਥੇ ਸਿਲੇਬਸ ਤੋਂ ਬਾਹਰੋਂ ਤਾਂ ਕੁਝ ਨਹੀਂ ਆਇਆ। ਅਸੀਂ ਪੜ੍ਹੇ ਹੀ ਨਹੀਂ। ਜੇ ਪੜ੍ਹਿਆ ਵੀ ਤਾਂ ਸਮਝਿਆ ਸਹੀ ਨਹੀਂ। ਇਸ 'ਚ ਭਲਾ ਫੇਰ ਹੋਰ ਕਿਸੇ ਦਾ ਕੀ ਦੋਸ਼। ਇੰਟਰਵਿਊ 'ਚ ਅਸਫਲ ਹੋ ਗਏ ਕਿਉਂ? ਸਾਨੂੰ ਨੌਕਰੀ ਨਹੀਂ ਮਿਲਦੀ ਕਿਉਂ? ਅਸੀਂ ਘਰ ਦਾ ਖਰਚ ਠੀਕ ਢੰਗ ਨਾਲ ਨਹੀਂ ਚਲਾ ਸਕਦੇ ਕਿਉਂ? ਇਹਨਾਂ ਸਾਰੇ ਕੰਮਾਂ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ। ਸੋਚੋ, ਹੋਰ ਲੋਕ ਜੀਵਨ ਵਿੱਚ ਅਸਫਲਤਾ ਕਿਉਂ ਪ੍ਰਾਪਤ ਕਰਦੇ ਹਨ? ਉਹ ਸਾਰੇ ਅਗਾੜੀ ਕਿਵੇਂ ਵੱਧ ਜਾਂਦੇ ਹਨ? ਕਿਧਰੇ ਨਾ ਕਿਧਰੇ ਕੋਈ ਭੇਦ ਜ਼ਰੂਰ ਹੈ। ਅਸੀਂ ਅਕਸਰ ਇਸ ਤੱਥ ਨੂੰ ਭੁੱਲ ਜਾਂਦੇ ਹਾਂ ਕਿ ਜੀਵਨ 'ਚ ਸੰਘਰਸ਼ ਹੈ। ਬਗੈਰ ਸੰਘਰਸ਼ ਤੋਂ ਕੁਝ ਪ੍ਰਾਪਤ ਨਹੀਂ ਹੁੰਦਾ। ਅੰਗਰੇਜ਼ੀ ਵਿੱਚ ਇੱਕ ਕਹਾਵਤ ਹੈ, ਨਥਿੰਗ ਇਜ਼ ਐਵਰ ਬੋਰਨ ਵਿਦ ਸਕਰੀਮਿੰਗ ਐਂਡ ਬਲੱਡਸ਼ੈਡ। ਭਾਵ ਇਸ ਸੰਸਾਰ 'ਚ ਸਿਵਾਏ ਰਕਤਪਾਤ ਤੇ ਕੂਕਣ ਤੋਂ ਕੁਝ ਪੈਦਾ ਨਹੀਂ ਹੁੰਦਾ। ਆਪਣੇ ਆਪ ਤੇ ਝਾਤ ਮਾਰ ਲਓ। ਤੁਹਾਡਾ ਜਨਮ ਤੁਹਾਡੀ ਮਾਤਾ ਦੀਆਂ ਚੀਕਾਂ ਤੇ ਰਕਤਪਾਤ ਦੇ ਵਿਚਕਾਰ ਹੋਇਆ ਹੈ। ਅਜਿਹੀ ਹਾਲਤ ਵਿੱਚ ਬਿਨਾਂ ਕਿਸੇ ਸੰਘਰਸ਼ ਤੋਂ ਕੁਝ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਤੁਸੀਂ ਕਿਧਰੇ ਅਸਫਲ ਹੋਏ ਤਾਂ ਉਹਦੇ ਪਿੱਛੇ ਕੋਈ ਕਾਰਨ ਰਿਹਾ ਹੋਏਗਾ। ਤੁਹਾਡੀ ਆਪਣੀ ਕਮਜ਼ੋਰੀ ਇਹਦਾ ਕਾਰਨ ਕਿਹਾ ਜਾ ਸਕਦਾ ਹੈ। ਤੁਸੀਂ ਆਪਣੀ ਕੀਮਤ ਨਹੀਂ ਜਾਣੀ। ਤੁਸੀਂ ਆਪਣੇ ਜੀਵਨ ਦਾ ਮੁਲਾਂਕਣ ਤਾਂ ਕਰੋ। ਜੇਕਰ ਤੁਹਾਡੀ ਉਮਰ 80 ਵਰ੍ਹੇ ਹੈ ਤਾਂ ਇਸ ਸਮੇਂ ਦੌਰਾਨ ਤੁਸੀਂ ਕੀ ਕੀਤਾ? ਹਿਸਾਬ ਲਓ। 40 ਸਾਲ ਤਾਂ ਸੌਂ ਕੇ ਗੁਆਤੇ, 15 ਸਾਲ ਮਹੱਤਵਹੀਣ ਕੰਮਾਂ 'ਚ ਬਰਬਾਦ, 20 ਸਾਲ 'ਚ ਵਿੱਦਿਆ ਪ੍ਰਾਪਤੀ ਆਦਿ ਵਿੱਚ ਗੁਜ਼ਰ ਗਏ। ਜੀਵਨ ਦੇ 75 ਸਾਲ ਇਸ ਪ੍ਰਕਾਰ ਨਸ਼ਟ। 80 ਸਾਲ ਦੀ ਉਮਰ ਵਿੱਚੋਂ ਕੇਵਲ 5 ਸਾਲ ਅਰਥਪੂਰਵਕ ਕੰਮਾਂ 'ਚ ਗੁਜ਼ਰਦੇ ਹਨ। 5 ਸਾਲ ਦੀ ਛੋਟੀ ਜਿਹੀ ਜ਼ਿੰਦਗੀ 'ਚ ਤੁਹਾਡੀ ਕੀ ਪ੍ਰਾਪਤੀ ਹੈ? ਕਦੇ ਵਿਚਾਰਿਆ ਤੁਸੀਂ? ਜੀਵਨ ਜਿਉਣ ਲਈ ਮਿਲਿਆ, ਇਹਦਾ ਹਰ ਪਲ ਲਾਹੇਵੰਦ ਹੈ। ਇਹੋ ਸੱਚ ਤੁਸੀਂ ਸਮਝਣ 'ਚ ਉੱਕ ਗਏ। ਜਿਸ ਦਿਨ ਤੁਸੀਂ ਇਸ ਸੱਚ ਨੂੰ ਕਬੂਲਿਆ, ਉਸ ਘੜੀ ਤੁਹਾਡੀਆਂ ਸਮੂਹ ਸਮੱਸਿਆਵਾਂ, ਜੀਵਨ ਦੀਆਂ ਔਕੜਾਂ ਤੇ ਅਸਫਲਤਾਵਾਂ ਸਮਾਪਤ ਹੋ ਜਾਣਗੀਆਂ। ਸੱਚ ਤਾਂ ਇਹ ਹੈ ਕਿ ਅਸੀਂ ਭੁੱਲੇ ਹਾਂ ਕਿ ਸਾਡੀ ਕੀਮਤ ਕੀ ਹੈ। ਇਸ ਵੱਲ ਸਾਡਾ ਕੋਈ ਧਿਆਨ ਨਹੀਂ ਤੇ ਅਸੀਂ ਆਪਣਾ ਸਮਾਂ ਗੁਆ ਰਹੇ ਹਾਂ, ਆਪਣਾ ਸਮਾਂ ਬਰਬਾਦ ਕਰ ਰਹੇ ਹਾਂ। ਇਸ ਪ੍ਰਕਾਰ ਅਸੀਂ ਆਪਣੇ ਆਪ ਨੂੰ ਦੋਸ਼ੀ ਨਹੀਂ ਮੰਨਦੇ, ਹੋਰਨਾਂ ਨੂੰ ਦੋਸ਼ ਦਿੰਦੇ ਹਾਂ। ਜਿਸ ਦਿਨ ਇਹ ਸਮਝ ਆ ਜਾਏਗੀ, ਉਸ ਦਿਨ ਸਫਲਤਾ ਦੇ ਦਰ ਖੁੱਲ੍ਹ ਜਾਣਗੇ। ਆਪਣਾ ਮਹੱਤਵ ਸਮਝੋ। ਇਹ ਮੰਨ ਕੇ ਚੱਲੋ ਕਿ ਤੁਸੀਂ ਕੁਝ ਕਰ ਗੁਜ਼ਰਨਾ ਹੈ। ਆਪਣਾ ਜੀਵਨ ਅਜਾਈਂ ਨਹੀਂ ਗਵਾਉਣਾ। ਜੀਵਨ ਦੇ ਹਰ ਪਲ ਦਾ ਉਪਯੋਗ ਕਰਨਾ ਹੈ। ਜਦੋਂ ਅਜਿਹਾ ਮਾਰਗ ਅਪਣਾ ਲਓਗੇ ਤਾਂ ਮੰਜ਼ਿਲ ਪ੍ਰਾਪਤ ਹੋ ਹੀ ਜਾਏਗੀ। ਸਮਾਂ ਲੱਗ ਸਕਦਾ ਹੈ, ਪਰ ਕਾਮਯਾਬੀ ਦੀਆਂ ਛੂਹਾਂ ਪ੍ਰਾਪਤ ਹੋਣਾ ਅਟੱਲ ਹੈ। ਲੋੜ ਹੈ ਆਪਣੀ ਕੀਮਤ ਪਛਾਣਨ ਦੀ। ਜਦੋਂ ਤੱਕ ਇਹਨਾਂ ਪਾਏ ਪੂਰਨਿਆਂ ਤੇ ਨਹੀਂ ਚੱਲਦੇ, ਤਦ ਤੱਕ ਅਸਫਲਤਾ, ਨਿਰਾਸ਼ਾ ਤੋਂ ਛੁਟਕਾਰਾ ਨਹੀਂ ਮਿਲ ਸਕਦਾ। ਆਪਣੀ ਸ਼ਕਤੀ ਦੀ ਪਰਖ ਕਰੋ, ਉਸ ਅਨੁਸਾਰ ਆਪਣੀ ਕੀਮਤ ਆਂਕੀ ਜਾਵੇ। ਪਹਿਲਾਂ ਇਸ ਗੱਲ ਦਾ ਨਿਸ਼ਚਾ ਕਰੋ ਤੁਸੀਂ ਕੀ ਕਰ ਸਕਦੇ ਹੋ, ਫਿਰ ਇਸ ਨਿਸ਼ਚੇ ਅਨੁਸਾਰ ਕੰਮ ਕਰੋ। ਸਵੈ ਇੱਛਾ ਸ਼ਕਤੀ ਨੂੰ ਪਛਾਣੋ ਤੇ ਇਸ ਅਨੁਸਾਰ ਕਾਰਜ ਵਿਧੀ ਅਪਣਾਈ ਜਾਵੇ। ਸਾਧਨ ਨਹੀਂ ਹੈ, ਇਹਨਾਂ ਦੀ ਚਿੰਤਾ ਤੋਂ ਮੁਕਤ ਰਹੋ। ਜਦੋਂ ਇਮਾਨਦਾਰੀ ਨਾਲ ਆਪਣੇ ਕੰਮ ਨੂੰ ਆਰੰਭੋਗੇ ਤਾਂ ਯਕੀਨੀ ਤੌਰ ਤੇ ਸਾਧਨ ਸਮੇਂ ਸਿਰ ਪ੍ਰਾਪਤ ਹੋ ਜਾਣਗੇ। ਜਦੋਂ ਤੱਕ ਦ੍ਰਿੜ ਨਿਸ਼ਚਾ ਨਹੀਂ ਹੈ, ਤਦ ਤੱਕ ਸਾਧਨ ਪ੍ਰਾਪਤੀ ਵੀ ਫਜ਼ੂਲ ਹੈ। ਸਾਧਨ ਕਰਮ ਯੋਗੀ ਪ੍ਰਾਪਤ ਕਰ ਲੈਂਦੇ ਹਨ। ਆਪਣੇ ਸੰਕਲਪ ਦੇ ਬਲ ਤੇ ਅਸੀਂ ਉਹ ਸਭ ਕੁਝ ਪ੍ਰਾਪਤ ਕਰ ਲੈਣ 'ਚ ਸਫਲ ਹੁੰਦੇ ਹਾਂ। ਫੋਰਡ ਦਾ ਨਾਮ ਮੋਟਰ ਕਾਰਾਂ ਦੇ ਜਗਤ 'ਚ ਪ੍ਰਸਿੱਧ ਹੈ। ਦੁਨੀਆ 'ਚ ਕਾਰਾਂ ਦਾ ਸਭ ਤੋਂ ਵੱਡਾ ਕਾਰਖਾਨਾ ਉਸ ਦਾ ਹੀ ਸੀ। ਇਸ ਕਾਰਖਾਨੇ ਦਾ ਸੁਆਮੀ ਹੈਨਰੀ ਫੋਰਡ ਸੀ। ਹੈਨਰੀ ਫੋਰਡ ਦਾ ਜਨਮ ਬਹੁਤ ਗਰੀਬ ਪਰਿਵਾਰ 'ਚ ਹੋਇਆ ਸੀ। ਜਦੋਂ ਉਹਨੇ ਹੋਸ਼ ਸੰਭਾਲਿਆ, ਸਮਝ ਆਈ, ਉਹਨੇ ਆਪਣੇ ਆਪ ਨੂੰ ਸਦਾ ਨਿਰਧਨ ਹੀ ਪਾਇਆ। ਇਸ ਉਪਰੰਤ ਉਸ ਵਿੱਚ ਕੁਝ ਕਰਨ ਦੀ ਰੀਝ ਪੈਦਾ ਹੋਈ। ਉਸਨੇ ਆਪਣੇ ਮਿੱਤਰ ਤੋਂ $5 ਉਧਾਰ ਲਏ ਤੇ ਨਿਊਯਾਰਕ ਦੀ ਇੱਕ ਸੜਕ ਦੇ ਕਿਨਾਰੇ ਸਾਈਕਲ ਦੇ ਪੈਂਚਰ ਲਗਾਉਣ ਦਾ ਕਿੱਤਾ ਸ਼ੁਰੂ ਕਰ ਦਿੱਤਾ। ਉਹ ਲਗਨ ਨਾਲ ਕੰਮ ਕਰਦਾ ਸੀ। ਕੁਝ ਕਰਨ ਦੀ ਤੀਬਰ ਇੱਛਾ ਉਹਦੇ ਮਨ 'ਚ ਘਰ ਕਰ ਚੁੱਕੀ ਸੀ। ਆਪਣੇ ਦੋਸਤ ਦੇ ਲਈ ਉਧਾਰ ਰਾਸ਼ੀ ਮੋੜ ਦਿੱਤੀ। ਧਨ ਜੋੜਨ 'ਚ ਜੁਟ ਗਿਆ। ਪੈਸਾ ਜੋੜਦਾ ਰਿਹਾ। ਉਹਨੇ ਸਾਈਕਲਾਂ ਦੀ ਦੁਕਾਨ ਖੋਲ੍ਹ ਲਈ। ਉਹਦੇ ਜੀਵਨ ਦਾ ਉਦੇਸ਼ ਸੀਮਤ ਨਹੀਂ ਸੀ। ਉਹਦਾ ਨਿਸ਼ਚਾ ਤਾਂ ਨਿਤ ਨਵੀਆਂ ਮੱਲਾਂ ਮਾਰਨ ਦਾ ਚਾਹਵਾਨ ਸੀ।
ਉਹਨਾਂ ਦਿਨਾਂ 'ਚ ਮੋਟਰ ਕਾਰਾਂ ਦਾ ਚੱਲਣਾ ਸ਼ੁਰੂ ਹੋ ਗਿਆ ਸੀ। ਮੋਟਰ ਕਾਰਾਂ ਹੈਨਰੀ ਫੋਰਡ ਲਈ ਖਿੱਚ ਦਾ ਕਾਰਨ ਬਣੀਆਂ ਤੇ ਨਵੀਆਂ ਪੁਲਾਂਘਾਂ ਪੁੱਟਣ ਦੀ ਇੱਛਾ ਨੇ ਜਨਮ ਲਿਆ। ਉਹਨੇ ਨਵੀਆਂ ਤੇ ਪੁਰਾਣੀਆਂ ਕਾਰਾਂ ਦੀ ਖਰੀਦ ਦਾ ਧੰਦਾ ਸ਼ੁਰੂ ਕਰ ਦਿੱਤਾ। ਦਲਾਲੀ ਕਰਦੇ ਕਰਦੇ ਉਹਨੇ ਆਪਣੀ ਕਮਾਈ ਨਾਲ ਇੱਕ ਕਾਰ ਖਰੀਦ ਲਈ। ਆਪਣੀ ਗੈਰੇਜ ਵਿੱਚ ਕਾਰਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ। ਕਾਰਾਂ ਦੀ ਮੁਰੰਮਤ ਕਰਦੇ ਕਰਦੇ ਉਹਦੇ ਮਨ 'ਚ ਕਾਰਾਂ ਦਾ ਕਾਰਖਾਨਾ ਚਾਲੂ ਕਰਨ ਦਾ ਵਿਚਾਰ ਪੈਦਾ ਹੋਇਆ। ਇਸ ਵਿਚਾਰ ਨੇ ਉਹਨੂੰ ਪਾਗਲ ਜਿਹਾ ਕਰ ਦਿੱਤਾ। ਰਾਤ ਦਿਨ ਇਸ ਪਾਸੇ ਧਿਆਨ। ਉਹਦਾ ਇੱਕ ਬਹੁਤ ਵੱਡਾ ਸੁਪਨਾ ਸੀ, ਪਰ ਸੁਪਨਿਆਂ ਨੂੰ ਪੂਰਾ ਕਰਨਾ ਉਹਨੂੰ ਭਲੀ ਪ੍ਰਕਾਰ ਆਉਂਦਾ ਸੀ। ਉਹਨੇ ਪੁਰਾਣੀਆਂ ਖਟਾਰਾ ਕਾਰਾਂ ਦੀ ਖਰੀਦ ਸ਼ੁਰੂ ਕਰ ਦਿੱਤੀ। ਪੂਰੀ ਲਗਨ ਤੇ ਮਿਹਨਤ ਨਾਲ ਕਾਰਾਂ ਦੀ ਮੁਰੰਮਤ ਕਰ ਨਵਾਂ ਰੂਪ ਦੇ ਕੇ ਵੇਚਣ ਲੱਗ ਪਿਆ। ਇਸ ਕਾਰਜ ਵਿੱਚ ਉਹਨੂੰ ਵਧੇਰੇ ਲਾਭ ਹੋਣ ਲੱਗਾ। ਕੁਝ ਮਿੱਤਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਮੋਟਰ ਕਾਰਖਾਨੇ ਦੀ ਯੋਜਨਾ ਉਲੀਕੀ। ਸਾਰਿਆਂ ਨੇ ਮਿਲ ਕੇ ਫੋਰਡ ਮੋਟਰ ਕੰਪਨੀ ਚਾਲੂ ਕਰ ਲਈ। ਆਰੰਭ ਵਿੱਚ ਕਾਰਖਾਨਾ ਛੋਟੇ ਪੱਧਰ ਦਾ ਸੀ, ਪਰ ਉਹਦਾ ਆਕਾਰ ਵੱਧਦਾ ਗਿਆ। ਉਹਨੇ ਪੂੰਜੀ ਇਕੱਠੀ ਕਰਨ ਲਈ ਸ਼ੇਅਰ ਵੇਚਣੇ ਸ਼ੁਰੂ ਕਰ ਦਿੱਤੇ। ਚੋਖਾ ਧਨ ਇਕੱਠਾ ਹੋ ਗਿਆ ਤੇ ਕਾਰਖਾਨੇ 'ਚ ਲਾਗਤ ਵੱਧ ਗਈ। ਵੇਖਦੇ ਵੇਖਦੇ ਉਹਦਾ ਕਾਰਖਾਨਾ ਸੰਸਾਰ ਦਾ ਸਭ ਤੋਂ ਵੱਡਾ ਹੋ ਕੇ ਨਿੱਤਰਿਆ। ਹੈਨਰੀ ਫੋਰਡ ਨੇ ਆਪਣੀ ਕੀਮਤ ਪਛਾਣੀ। ਫੁੱਟਪਾਥ ਤੋਂ ਤਰੱਕੀ ਕਰ ਉਹ ਕਰੋੜਾਂ ਰੁਪਏ ਵਾਲੇ ਕਾਰਖਾਨੇ ਦਾ ਮਾਲਕ ਬਣ ਗਿਆ। ਇਹ ਕਾਰਨਾਮਾ ਕਿਸਮਤ ਦਾ ਧਨੀ ਹੋਣ ਕਰਕੇ ਨਹੀਂ ਵਾਪਰਿਆ, ਸਗੋਂ ਹੈਨਰੀ ਫੋਰਡ ਦੀ ਮਿਹਨਤ ਦਾ ਨਤੀਜਾ ਸੀ। ਹੈਨਰੀ ਫੋਰਡ ਨੇ ਕਦੀ ਵੀ ਬੇਈਮਾਨੀ ਨਹੀਂ ਕੀਤੀ, ਹਮੇਸ਼ਾ ਸੱਚ ਦਾ ਪੱਲਾ ਫੜੀ ਰਹਿੰਦਾ ਸੀ। ਉਧਾਰ ਸਮੇਂ ਸਿਰ ਚੁਕਤਾ ਕਰਦਾ ਸੀ। ਆਪਣੇ ਮਜ਼ਦੂਰਾਂ ਨੂੰ ਆਪਣਾ ਸਹਿਯੋਗੀ ਸਮਝਦਾ ਸੀ। ਆਪਣੇ ਕਰਮਚਾਰੀਆਂ ਨੂੰ ਅਨੇਕ ਸੁੱਖ ਸਾਧਨ ਜੁਟਾਏ ਹੋਏ ਸਨ ਜੋ ਦੁਨੀਆ ਦੇ ਕਿਸੇ ਹੋਰ ਕਾਰਖਾਨੇ 'ਚ ਉਪਲਬਧ ਨਹੀਂ ਸਨ। ਇਹਨਾਂ ਕਾਰਨਾਂ ਕਰਕੇ ਉਹਦਾ ਕਾਰਖਾਨਾ ਸਦਾ ਮੋਹਰੀ ਰਿਹਾ। ਫੋਰਡ ਦੀ ਸਫਲਤਾ ਕੀ ਸੀ? ਫੋਰਡ ਦਾ ਆਰੰਭ ਕੀ ਸੀ? ਇੱਕ ਫਟਿਆ ਕੋਟ ਤੇ ਖਾਲੀ ਜੇਬਾਂ ਉਹਦੀ ਪੂੰਜੀ ਸੀ, ਪਰ ਮਿਹਨਤ ਸਦਕਾ ਅਰਬਾਂਪਤੀ ਬਣ ਗਿਆ। ਸੰਸਕ੍ਰਿਤ ਦੇ ਇੱਕ ਸ਼ਲੋਕ ਦਾ ਭਾਵ ਸੱਚ ਦੀ ਪ੍ਰੌੜਤਾ ਇਸ ਪ੍ਰਕਾਰ ਕਰਦਾ ਹੈ: ਉਦਮੀ ਪੁਰਖ ਨੂੰ ਹੀ ਧਨ ਦੀ ਪ੍ਰਾਪਤੀ ਹੁੰਦੀ ਹੈ। ਧਨ ਦੀ ਮਾਲਕਿਨ ਲਕਸ਼ਮੀ ਨੂੰ ਕਿਹਾ ਜਾਂਦਾ ਹੈ। ਧਨ ਇਸ ਦੇਵੀ ਕੋਲ ਸੁਰੱਖਿਅਤ ਰਹਿੰਦਾ ਹੈ, ਉਦਮੀ ਕੋਲ ਵੀ। ਉਦਮੀ ਦਾ ਅਰਥ ਵਪਾਰੀ ਨਹੀਂ, ਉਦਯੋਗ ਧੰਦੇ ਕਰਨ ਵਾਲਾ ਨਹੀਂ। ਉਦਮੀ ਤੋਂ ਭਾਵ ਲਗਾਤਾਰ ਸੱਚੀ ਲਗਨ ਨਾਲ ਮਿਹਨਤ ਕਰਨ ਵਾਲੇ ਤੋਂ ਹੈ, ਜੋ ਨਿਰੰਤਰ ਕਰਮ ਕਰਦਾ ਹੈ। ਜਿਹੜਾ ਮਨੁੱਖ ਸਖਤ ਮਿਹਨਤ ਕਰਦਾ ਹੈ, ਧਨ ਦੀ ਦੇਵੀ ਲਕਸ਼ਮੀ ਉਸੇ ਨੂੰ ਹੀ ਨਵਾਜਦੀ ਹੈ। ਇੱਕੋ ਇੱਕ ਸੱਚ ਹੈ, ਤੁਹਾਡਾ ਮੁੱਲ ਤੁਹਾਡੀ ਕਠੋਰ ਕੰਮ ਕਰਨ ਵਾਲੀ ਰੁਚੀ ਹੈ। ਇਸ ਲਈ ਇਹ ਗੱਲ ਪੱਲੇ ਬੰਨ ਲਓ ਕਿ ਜੀਵਨ ਜਿਉਣ ਲਈ ਹੈ, ਨਿਰਾਸ਼ ਹੋ ਕੇ ਬੈਠੇ ਰਹਿਣਾ ਜਾਂ ਆਤਮ ਹੱਤਿਆ ਕਰਨ ਲਈ ਨਹੀਂ ਹੈ। ਜੀਵਨ ਜਿਉਣ ਲਈ ਹੈ, ਜ਼ਿੰਦਗੀ ਸ਼ਾਨ ਨਾਲ ਜਿਉਣ ਲਈ ਹੈ। ਇਹ ਗੱਲ ਤੁਹਾਡੀ ਮਿਹਨਤ ਨਾਲ ਜੁੜੀ ਹੈ। ਤੁਹਾਡੇ ਵੱਲੋਂ ਕੀਤੀ ਮਿਹਨਤ ਦੇ ਅਨੁਪਾਤ ਅਨੁਸਾਰ ਹੀ ਤੁਹਾਡੇ ਜੀਵਨ 'ਚ ਸੁੱਖ ਸ਼ਾਂਤੀ ਤੇ ਧਨ ਦੀ ਪ੍ਰਾਪਤੀ ਨਿਰਭਰ ਹੈ। ਤਾਂ ਹੀ ਜੀਵਨ ਜਿਉਣ ਦਾ ਮਜ਼ਾ ਹੈ। ਤੁਹਾਡੀ ਕੀਮਤ ਕੀ ਹੈ? ਇਹਦਾ ਫੈਸਲਾ ਹੋਰਨਾਂ ਨੇ ਨਹੀਂ, ਤੁਸੀਂ ਆਪ ਕਰਨਾ ਹੈ। ਤੁਸੀਂ ਖੁਦ ਆਪਣੀ ਕਿਸਮਤ ਦਾ ਫੈਸਲਾ ਲੈਣਾ ਹੈ। ਸਭ ਤੋਂ ਪਹਿਲਾਂ ਤੁਸੀਂ ਵਿਚਾਰ ਕਰੋ, ਵੇਖੋ ਕਿ ਤੁਸੀਂ ਕਰਨਾ ਕੀ ਹੈ, ਜੀਵਨ ਦਾ ਮਨੋਰਥ ਕੀ ਹੈ, ਤੇ ਉਸ ਅਨੁਸਾਰ ਹੀ ਆਪਣਾ ਮੁੱਲ ਪਾਇਆ ਜਾਵੇ। ਜੇਕਰ ਸਧਾਰਨ ਜੀਵਨ ਜਿਉਣਾ ਹੈ ਤਾਂ ਕੋਈ ਗੱਲ ਨਹੀਂ, ਸਧਾਰਨ ਜੀਵਨ ਤਾਂ ਪਸ਼ੂ ਵੀ ਜਿਉਂਦੇ ਆ। ਇਸ ਸ਼ਕਤੀ ਸਦਕਾ ਮਨੁੱਖ ਤੇ ਪਸ਼ੂ 'ਚ ਕੀ ਅੰਤਰ ਹੈ? ਸੱਚੀ ਮਿਹਨਤ ਨਾਲ ਹੀ ਸੋਚਿਆਂ ਥਾਂ ਟਿਕਾਣਾ ਮਿਲਦਾ ਹੈ। ਆਪਣਾ ਅੰਤਿਮ ਨਿਰਣਾ ਕਰ ਲਓ ਕੀ ਕਰਨਾ ਹੈ। ਉਸ ਆਸ਼ੇ ਦੀ ਪ੍ਰਾਪਤੀ ਲਈ ਯਤਨਸ਼ੀਲ ਹੋ ਕੇ ਅੱਗੇ ਵਧੋ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਏ ਕਿ ਜੋ ਫੈਸਲਾ ਕਰਨਾ ਹੈ ਉਹਨੂੰ ਬਾਰ-ਬਾਰ ਬਦਲਿਆ ਨਾ ਜਾਏ। ਆਪਣਾ ਨਿਸ਼ਚਾ ਨਾ ਬਦਲੋ। ਅਜਿਹਾ ਨਾ ਹੋਣ ਤੇ ਕੁਝ ਪ੍ਰਾਪਤ ਨਹੀਂ ਹੋਏਗਾ। ਸੋਚ ਸਮਝ ਕੇ ਫੈਸਲਾ ਕਰਨ ਦੀ ਲੋੜ ਹੈ। ਅੱਗੇ ਕਦਮ ਰੱਖੋ, ਪੂਰੀ ਸ਼ਕਤੀ ਨਾਲ ਜੁਟ ਜਾਓ। ਵੇਖੋ ਸਫਲਤਾ ਕਿਵੇਂ ਪ੍ਰਾਪਤ ਹੁੰਦੀ ਹੈ। ਤੁਹਾਨੂੰ ਆਪਣੇ ਕੰਮ ਨਾਲ ਪੂਰੀ ਸੰਤੁਸ਼ਟੀ ਪ੍ਰਾਪਤ ਹੋਏਗੀ ਤੇ ਤੁਸੀਂ ਸ਼ਾਨਦਾਰ ਜੀਵਨ ਬਤੀਤ ਕਰਨ 'ਚ ਸਫਲ ਹੋਵੋਗੇ। ਚੰਗਾ ਕੰਮ ਕਰਨ 'ਚ ਕੋਈ ਔਕੜ ਨਹੀਂ ਹੁੰਦੀ। ਅਕਸਰ ਵਧੇਰੇ ਲੋਕ ਕਹਿੰਦੇ ਹਨ, ਹੁਣ ਕੀ ਹੋਏਗਾ, ਸਮਾਂ ਬੀਤ ਗਿਆ, ਜਦੋਂ ਕੁਝ ਕਰਨਾ ਸੀ ਉਸ ਵੇਲੇ ਕੁਝ ਕੀਤਾ ਨਹੀਂ, ਹੁਣ ਭਲਾ ਕੀ ਕੀਤਾ ਜਾ ਸਕਦਾ ਹੈ। ਅਖੀਰਲੀ ਉਮਰੇ ਕੀ ਮੁਸਲਮਾਨ ਬਣਨਾ ਹੈ। ਵਾਲਾ ਅਖਾਨ ਕੇਵਲ ਛਲਾਵਾ ਹੈ। ਸੱਚ ਤਾਂ ਇਹ ਹੈ ਕਿ ਜਦੋਂ ਜਾਗੋਗੇ ਸਵੇਰਾ ਤਾਂ ਹੀ ਹੋਏਗਾ। ਭਾਵੇਂ ਕਿ ਚੰਗੇ ਕੰਮ ਕਰਨ ਲਈ ਕੋਈ ਸਮਾਂ ਨਿਸ਼ਚਿਤ ਨਹੀਂ ਹੁੰਦਾ, ਸਗੋਂ ਦ੍ਰਿੜ ਨਿਸ਼ਚਾ ਹੀ ਜ਼ਰੂਰੀ ਹੈ। ਉਮਰ ਜਾਂ ਸਮਾਂ ਚੰਗੇ ਕੰਮ 'ਚ ਰੋੜਾ ਨਹੀਂ ਹੁੰਦਾ, ਬਸ ਜੁਟੇ ਰਹਿਣਾ ਹੀ ਸਾਰਥਕ ਹੁੰਦਾ ਹੈ। ਜੀਵਨ ਦੇ ਪਲ ਜੇਕਰ ਥੋੜੇ ਰਹਿ ਗਏ ਹਨ ਤਾਂ ਵੀ ਕੋਈ ਫਰਕ ਨਹੀਂ ਪੈਂਦਾ,
ਬਾਕੀ ਬਚੇ ਪਲਾਂ ਦਾ ਸਦਉਪਯੋਗ ਕੀਤਾ ਜਾਏ। ਸੰਕੋਚ ਦੀ ਕੋਈ ਥਾਂ ਨਹੀਂ ਹੈ। ਆਪਣੇ ਜੀਵਨ ਨੂੰ ਤੇ ਇਸ ਜੀਵਨ ਦੀ ਕੀਮਤ ਨੂੰ ਅਜਾਈ ਨਾ ਬੀਤ ਜਾਣ ਦਿਓ। ਉਹਦਾ ਪੂਰਾ ਮੁੱਲ ਵਸੂਲ ਕਰੋ। ਹੁਣ ਤੱਕ ਮੂਰਖਤਾ ਕੀਤੀ, ਗਮ ਨਾ ਕਰੋ, ਹੁਣ ਵੀ ਹੋਸ਼ ਚਾਓ। ਹਾਲੇ ਵੀ ਸਮਾਂ ਹੈ। ਆਪਣੀ ਕੀਮਤ ਵਸੂਲ ਕਰਨ ਦਾ ਯਤਨ ਕਰੋ। ਆਪਣੇ ਆਪ ਤੇ ਝਾਤ ਮਾਰੋ। ਹੁਣ ਤੱਕ ਕੀ ਕੀਤਾ? ਇੱਕ ਦਿਨ 'ਚ ਕੀਤੇ ਕੰਮ ਤੇ ਨਜ਼ਰ ਦੌੜਾ ਕੇ ਪੂਰਨ ਜਾਇਜ਼ਾ ਲਓ ਕਿ ਕੀ ਕਾਰਗੁਜ਼ਾਰੀ ਕੀਤੀ, ਕਿਹੜਾ ਕੰਮ ਸਮੇਂ ਸਿਰ ਲਗਨ ਨਾਲ ਸੰਪੰਨ ਕੀਤਾ। ਬਾਰ-ਬਾਰ ਇਹਦੀ ਘੋਖ ਕੀਤੀ ਜਾਏ। ਜੇਕਰ ਤੁਸੀਂ ਕਿਸੇ ਦਫ਼ਤਰ 'ਚ ਕਲਰਕ ਹੋ ਜਾਂ ਨੌਕਰੀ ਪੇਸ਼ਾ ਤਾਂ ਤੁਹਾਡੇ ਦਿਨ ਭਰ ਦੇ ਭੱਦਰ-ਖਾਰੇ ਕੀ ਇਸ ਪ੍ਰਕਾਰ ਨਹੀਂ ਹਨ? ਦਿਨ ਚੜੇ ਉੱਠੇ, ਨਹਾਤੇ ਧੋਤੇ, ਖਾਧਾ ਪੀਤਾ, ਦਫ਼ਤਰ, ਗੱਪਾਂ ਹਾਂਕੀਆਂ ਤੇ ਚਾਹ ਪੀਤੀ, ਫਾਈਲਾਂ ਨੂੰ ਹਿਲਾਉਣਿਆ, ਕੰਮਕਾਜ ਕੁਝ ਨਹੀਂ। ਦਫ਼ਤਰ 'ਚ ਕੋਈ ਤੀਰ ਨਹੀਂ ਮਾਰਿਆ, ਜੇ ਮਾਰਿਆ ਤਾਂ ਲੋਕਾਂ ਦੀਆਂ ਜੇਬਾਂ ਤੇ ਹੱਥ ਦੀ ਸਵਾਈ ਦਾ ਹੀ ਕਮਾਲ ਰਹਿ ਗਿਆ, ਜਿਹਨੂੰ ਆਮ ਭਾਸ਼ਾ 'ਚ ਰਿਸ਼ਵਤਖੋਰੀ ਕਿਹਾ ਜਾਂਦਾ ਹੈ। ਰੱਬ ਕੋਲੋਂ ਡਰ ਬੰਦਿਆ ਦਾ ਕੋਈ ਮਹੱਤਵ ਨਹੀਂ ਰਹਿ ਗਿਆ। ਦਫ਼ਤਰ 'ਚ ਹਾਜ਼ਰੀ ਦੇ ਇਵਜ਼ਾਨੇ ਵਜੋਂ ਮਿਲਦੀ ਹੈ ਤਨਖਾਹ। ਤੁਸੀਂ ਆਨੰਦ ਪ੍ਰਸੰਨ, ਤੁਸੀਂ ਆਪਣੀ ਕੀਮਤ ਕੇਵਲ ਇੰਝ ਹੀ ਨਿਰਧਾਰਿਤ ਕੀਤੀ ਹੈ। ਉਹਦਾ ਮੁੱਲ ਆਪ ਨੂੰ ਪ੍ਰਾਪਤ ਹੋ ਗਿਆ। ਬਸ ਇਹੋ ਤੁਹਾਡੀ ਜ਼ਿੰਦਗੀ ਹੈ। ਇਹ ਤੋਂ ਵੱਧ ਤੁਹਾਡਾ ਮੁੱਲ ਨਹੀਂ। ਤੁਸੀਂ ਬੇਢੰਗੀ ਚਾਲ ਨਾਲ ਪੈਂਡਾ ਮੁਕੰਮਲ ਕੀਤਾ ਹੈ। ਇਸ ਤੋਂ ਵੱਧ ਤੁਹਾਨੂੰ ਕਿਸੇ ਗੱਲ ਦੀ ਆਸ ਨਹੀਂ, ਕਿਉਂਕਿ ਜੀਵਨ ਦਾ ਮੁੱਖ ਉਦੇਸ਼ ਕਿਵੇਂ ਨਾ ਕਿਵੇਂ ਮਹੀਨੇ ਦੇ ਅੰਤ ਮੁੱਠੀ ਭਰ ਰੁਪਏ ਤਨਖਾਹ ਦੇ ਰੂਪ 'ਚ ਕਾਫੀ ਜਾਪਦੇ ਹਨ। ਤੇ ਸੱਚ ਵੀ ਹੈ ਕਿ ਟੋਏ ਪੁੱਟੇ ਸਨ। 24 ਘੰਟਿਆਂ ਦੌਰਾਨ ਜੇਕਰ ਕੋਈ ਕਾਰਾ ਕੀਤਾ ਤਾਂ ਕੇਵਲ ਦਫ਼ਤਰ 'ਚ 8 ਘੰਟੇ ਦੀ ਹਾਜ਼ਰੀ। ਇਸ ਲਈ ਤੁਹਾਨੂੰ ਤਨਖਾਹ ਮਿਲ ਹੀ ਗਈ। 16 ਘੰਟੇ ਵਿਅਰਥ ਗਵਾ ਲਏ। ਜੀਵਨ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚੋਂ ਵੀ 6-7 ਘੰਟੇ ਅਜਿਹੇ ਮਿਲਦੇ ਹੈ ਜਿਨ੍ਹਾਂ ਨੂੰ ਲਾਭਦਾਇਕ ਢੰਗ ਨਾਲ ਜੀਆ ਜਾ ਸਕਦਾ ਹੈ, ਪਰ ਝੂਠਾ ਜੈਮਲ ਵੀ ਨਹੀਂ ਤੇ ਸੱਚੀ ਫੱਤੋ ਵੀ ਨਹੀਂ। ਭਾਵ ਦਿਨ ਖਾ ਪੀ ਕੇ ਰਾਤ ਸੌਂ ਕੇ ਗੁਆ ਛੱਡੀ। ਇਹ ਕਹਿਣਾ ਠੀਕ ਜਾਪਦਾ ਹੈ ਕਿ ਤੁਸੀਂ ਆਪਣਾ ਮੁੱਲ ਨਹੀਂ ਪਛਾਣਿਆ। ਆਪ ਆਪਣਾ ਮੁੱਲ ਆਪ ਹੀ ਘਟਾਈ ਜਾ ਰਹੇ ਹੋ। ਜੇ ਆਪ ਨੂੰ ਇਸ ਘਟੀ ਕੀਮਤ ਨਾਲ ਸੰਤੁਸ਼ਟੀ ਹੈ ਤਾਂ ਕਿਸਮਤ ਦਾ ਕੀ ਦੋਸ਼? ਖੁਦ ਪਰਖ ਕਰੋ। ਘੋਖ ਜ਼ਰੂਰੀ ਹੈ। ਅਸਲ 'ਚ ਅਸੀਂ ਆਪਣੇ ਜੀਵਨ ਦਾ ਵੱਡਾ ਹਿੱਸਾ ਬੇਅਰਥ ਗਵਾ ਦਿੰਦੇ ਹਾਂ। ਸਾਨੂੰ ਜੀਵਨ ਜਿਉਣ ਲਈ ਮਿਲਿਆ, ਪਰ ਮਨੁੱਖ ਹੋ ਕੇ ਪਸ਼ੂਆਂ ਵਾਂਗ ਹੋ ਗਏ ਹਾਂ। ਆਪਣੀਆਂ ਜ਼ਿੰਦਗੀਆਂ ਦੀਆਂ ਕਦਰਾਂ ਕੀਮਤਾਂ ਨੂੰ ਅੱਖੋਂ ਪਰੋਖੇ ਕਰ ਰੱਖਿਆ ਹੈ। ਸੁਧਾਰ ਲਈ ਅਸੀਂ ਕੁਝ ਨਹੀਂ ਕਰ ਰਹੇ। ਸਾਡੇ ਜੀਵਨ 'ਚ ਜੋ ਵੀ ਕਸ਼ਟ ਜਾਂ ਘਾਟ ਵਾਪਰੀ ਹੈ ਜਾਂ ਕਿਸੇ ਔਕੜ ਦਾ ਸਾਹਮਣਾ ਕਰਨਾ ਹੋਵੇ, ਇਹ ਸਾਡੀ ਲਾਪਰਵਾਹੀ ਦਾ ਸਿੱਟਾ ਹੁੰਦਾ ਹੈ। ਇਸ ਹਾਲਤ ਲਈ ਅਸੀਂ ਕਿਸਮਤ, ਗ੍ਰਹਿ ਚਾਲ ਜਾਂ ਹੋਰਨਾਂ ਨੂੰ ਦੋਸ਼ੀ ਮੰਨਦੇ ਹਾਂ, ਪਰ ਸਵੈ ਵਿਸ਼ਲੇਸ਼ਣ ਕਰਨ ਤੋਂ ਗੁਰੇਜ਼ ਕਰਦੇ ਹਾਂ ਕਿ ਜੋ ਸਾਡੇ ਨਾਲ ਹੋਈ ਉਹ ਕੋਈ ਅਣਹੋਣੀ ਨਹੀਂ, ਸਗੋਂ ਸਾਡੇ ਝੂਠੇ ਉਦਮ ਦਾ ਫਲ ਹੈ। ਸੱਚ ਤਾਂ ਇਹ ਹੈ ਕਿ ਆਪਣੀ ਤਰਸਯੋਗ ਹਾਲਤ ਦੇ ਅਸੀਂ ਆਪ ਜ਼ਿੰਮੇਵਾਰ। ਅਸੀਂ ਆਪਣਾ ਮੁੱਲ ਨਹੀਂ ਜਾਣਦੇ। ਅਸੀਂ ਜਾਣਦੇ ਹਾਂ ਕਿ ਪਲ ਪਲ ਸਾਡਾ ਜੀਵਨ ਸਮਾਪਤੀ ਵੱਲ ਜਾ ਰਿਹਾ ਹੈ, ਪਰ ਅਸੀਂ ਜਨਮ ਦਿਨ ਮਨਾ ਰਹੇ ਹਾਂ ਸਮੇਂ ਦੀ ਪੁਕਾਰ ਤੋਂ ਬੇਖਬਰ। गाफिल तुझे घड़ियाल ये देता है मुनादी, गर्दू ने घड़ी उम्र की एक और घटा दी। ਅਸੀਂ ਮौज ਮਸਤੀਆਂ 'ਚ ਰੁੱਝੇ ਹਾਂ। ਆਪਣੀ ਘੋਖ ਕਰਨ ਦਾ ਸਮਾਂ ਨਹੀਂ। ਮਨੁੱਖੀ ਜਾਮੇ ਨੂੰ ਵਿਅਰਥ ਤੇ ਬੇਅਰਥ ਗਵਾ ਰਹੇ ਹਾਂ। ਭਾਵੇਂ ਰੱਬ ਨੇ ਮਨੁੱਖ ਨੂੰ ਉੱਤਮ ਜੂਨੀ ਬਖਸ਼ੀ ਹੋਈ ਹੈ, ਤੁਸੀਂ ਆਪ ਇਸ ਬਾਰੇ ਵਿਚਾਰ ਕਰਨੀ ਹੈ। ਜਦੋਂ ਸਹੀ ਪਰਖ ਕਰੋਗੇ ਤਾਂ ਸਹੀ ਤੱਥਾਂ ਤੋਂ ਜਾਣੂ ਹੋ ਜਾਓਗੇ। ਥੋੜਾ ਵਿਚਾਰ ਕੀਤਾ ਜਾਏ ਤੇ ਆਪਣੇ ਆਪ ਫੈਸਲਾ ਕਰੋ ਕਿ ਆਪ ਦਾ ਆਪਣਾ ਕੀ ਮੁੱਲ ਹੈ। ਧੰਨਵਾਦ।